ਤਰੀਏ ਗੁਰ ਵਿਚਾਰ ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ। ਸਾਡਾ ਕੰਮ ਇਹ ਨਹੀਂ ਵੀ ਉਹਦੀ ਗਿਣਤੀ ਮਿੰਤੀ ਕਰੀਏ ਵੀ ਕੀ ਕੁਛ ਉਹਨੇ ਆਪਣੀ ਕੁਦਰਤ ਵਿੱਚ ਪੈਦਾ ਗਿਣਾ, ਮੈਂ ਆ ਕੇ ਗਿਣ ਕੇ ਦੱਸਾਂ, ਲੋਕ ਮੈਨੂੰ ਕਹਿਣ ਵੀ ਇਹ ਫਲਾਣੇ ਨੇ ਆ ਕੇ ਗਿਣ ਕੇ ਦੱਸਿਆ। ਮਹਾਰਾਜ ਕਹਿੰਦੇ ਨਹੀਂ, ਹਜ਼ੂਰ ਸੱਚੇ ਪਾਤਸ਼ਾਹ ਇੱਥੇ ਜਿਹੜੀ ਬਖਸ਼ਿਸ਼ ਭਰੇ ਬਚਨ ਸਾਨੂੰ ਤੁਹਾਨੂੰ ਬਖਸ਼ ਰਹੇ ਨੇ। ਕਹਿੰਦੇ ਹੇ ਵਾਹਿਗੁਰੂ, ਜਿਹੜੀਆਂ ਚਾਰ ਖਾਣੀਆਂ ਪੈਦਾ ਕੀਤੀਆਂ ਨੇ, ਚਾਰ ਤਰੀਕੇ ਮੰਨੇ ਗਏ ਨੇ ਵੀ ਜੀਵਾਂ ਦੇ ਪੈਦਾ ਹੋਣ ਦੇ, ਆਂਡੇ ਰੂਪ ਰਾਹੀਂ, ਜੇਰ ਰੂਪ ਰਾਹੀਂ, ਪਸੀਨੇ ਰੂਪ ਰਾਹੀਂ ਅਤੇ ਉੱਤ ਪੁੱਜ ਦੇ ਰੂਪ ਰਾਹੀਂ, ਬਨਸਪਤੀ ਦੇ ਰੂਪ। ਵੈਸੇ ਗੁਰੂ ਸਾਹਿਬ ਇਹ ਨਹੀਂ ਕਹਿੰਦੇ ਵੀ ਚਾਰ ਹੀ ਨੇ, ਉਹ ਕਹਿੰਦੇ ਬੇਅੰਤ ਹੀ ਨੇ। ਕੇਤੀਆਂ ਖਾਣੀ ਕੇਤੀਆਂ ਬਾਣੀ, ਕਿਉਂਕਿ ਹਜ਼ੂਰ ਕਿਤੇ ਵੀ ਅਕਾਲ ਪੁਰਖ ਵਾਹਿਗੁਰੂ ਦੇ ਇਸ ਪਸਾਰੇ ਦੀ ਗਿਣਤੀ ਦੇ ਚੱਕਰ 'ਚ ਨਹੀਂ ਪੈਂਦੇ। ਜਿੱਥੇ ਗਿਣਤੀ ਹੋਏਗੀ ਨਾ ਗੁਰੂ ਸਵਾਰੀ ਸਾਧ ਸੰਗਤ, ਉੱਥੇ ਵਪਾਰ ਹੈ। ਜਿੱਥੇ ਪਿਆਰ ਹੋਏਗਾ ਉੱਥੇ ਗਿਣਤੀਆਂ ਨਹੀਂ ਹੁੰਦੀਆਂ। ਪਿਓ ਦਾ ਪੁੱਤਰ ਨਾਲ ਪਿਆਰ ਹੈ, ਪਤੀ ਪਤਨੀ ਦਾ ਰਿਸ਼ਤਾ ਹੈ, ਗਿਣਤੀਆਂ ਮਿੰਤੀਆਂ ਤੇ ਥੋੜ੍ਹਾ ਚੱਲਦਾ ਵੀ ਕਿੰਨਾ ਖਰਚ ਤੂੰ ਕਰ ਲਿਆ, ਕਿੰਨਾ ਨਹੀਂ ਕੀਤਾ। ਜਿੱਥੇ ਵਪਾਰ ਹੈ ਗਿਣਤੀ ਉੱਥੇ ਹੈ, ਜਿੱਥੇ ਪਿਆਰ ਹੈ ਉੱਥੇ ਗਿਣਤੀ ਕਾਹਦੀ। ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਗਿਣਤੀਆਂ ਮਿੰਤੀਆਂ ਕਰਕੇ ਨਹੀਂ। ਪਰ ਮੈਂ ਮਾਫੀ ਮੰਗ ਅਰਜ਼ ਕਰਾਂਗਾ ਵੀ ਇੱਥੇ ਹੁਣ ਵੀ ਇਹ ਗੱਲ ਪ੍ਰਚਾਰੀ ਜਾਂਦੀ ਵੀ ਇੰਨੇ ਪਾਠ ਇਸ ਬਾਣੀ ਦੇ ਕਰੋ, ਕੋਈ ਇਤਰਾਜ਼ ਨਹੀਂ, ਚੰਗੀ ਗੱਲ ਹੈ, ਪਾਠ ਵਾਲੇ ਪਾਸੇ ਲਾਉਂਦੇ ਨੇ। ਪਰ ਇਹ ਕਿਉਂ ਨਹੀਂ ਕਹਿੰਦੇ ਵੀ ਤੁਸੀਂ ਗਿਣਤੀ। ਹੁਣ ਕੋਈ ਬੰਦਾ ਆਪਾਂ ਨੂੰ ਕਹਿ ਦਿੱਤਾ ਵੀ ਤੂੰ 51 ਪਾਠ ਕਰਨੇ ਨੇ, ਉਹ ਜਦੋਂ ਵਿਚਾਰਾ ਬਾਣੀ ਦਾ ਪੋਥਾ ਲੈ ਕੇ ਬੈਠੇਗਾ ਨਾ, ਹੁਣ ਉਹਦੇ ਧਿਆਨ 'ਚ ਰਹਿਣਾ ਵੀ ਕਿਤੇ 49 ਨਾ ਰਹਿ ਜਾਣ ਜਾਂ ਕਿਤੇ 52 ਨਾ ਹੋ ਜਾਣ। ਉਹਦਾ ਧਿਆਨ ਗਿਣਤੀ 'ਚ ਰਹਿਣਾ ਹੈ, ਨਾ ਕਿ ਉਹਦਾ ਧਿਆਨ ਪੜ੍ਹੇ ਜਾ ਰਿਹਾ ਪਾਠ ਵਿੱਚ ਜਾਣਾ ਵੀ ਇਹਦੇ ਵਿੱਚੋਂ ਮੈਨੂੰ ਸੁਣਿਆ ਕੀ ਮਿਲ ਰਿਹਾ ਤੇ ਕੰਮ ਖਰਾਬ ਹੋ ਗਿਆ। ਨਹੀਂ, ਜਿੱਥੇ ਗੁਰੂ ਸਵਾਰੀ ਸਾਧ ਸੰਗਤ ਪਿਆਰ ਹੈ ਨਾ, ਇਹ ਵਪਾਰ ਦੀਆਂ ਗੱਲਾਂ ਬਾਤਾਂ ਨੇ, ਮੈਂ ਇੰਨੇ ਕੀਤੇ, ਮੈਂ ਇੰਨੇ ਕੀਤੇ, ਤੇ ਫਿਰ ਦੱਸਣਾ ਜਾ ਕੇ, ਇਹ ਵਪਾਰੀ ਗੱਲਾਂ ਨੇ। ਅਸੀਂ ਵਪਾਰ ਵਿੱਚ ਨਹੀਂ ਪੈਣਾ, ਅਸੀਂ ਪਿਆਰ ਵਿੱਚ ਪੈਣਾ। ਔਰ ਪੜ੍ਹੋ ਬਾਣੀ, ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਜ਼ਾਦਾ ਪੜ੍ਹੋ, ਉਹਦੇ ਵਿੱਚ ਤਾਂ ਉਚੇਚਾ ਲਿਖਿਆ ਵੀ ਹਰ ਸਿੱਖ ਨੂੰ ਲੱਗਦੇ ਵਾਹ ਆਪਣਾ ਸਧਾਰਨ ਸਹਿਜ ਪਾਠ ਜਾਰੀ ਰੱਖਣਾ ਚਾਹੀਦਾ। ਉਹ 2 ਅੰਗ ਪੜ੍ਹੇ, 4 ਅੰਗ ਪੜ੍ਹੇ, 10 ਅੰਗ ਪੜ੍ਹੇ, 20 ਪੜ੍ਹੇ, 50 ਪੜ੍ਹੇ, 100 ਪੜ੍ਹੇ, ਉਹਨੂੰ ਬਾਣੀ ਪੜ੍ਹਨੀ ਚਾਹੀਦੀ। ਇਹ ਤਾਂ ਨਾ ਕੋਈ ਤੁੱਕ ਬਣੀ ਵੀ ਇੰਨੇ ਪਾਠ ਕਰਨੇ ਨੇ ਤੂੰ, ਨਹੀਂ। ਇਸ ਲਈ ਹਜ਼ੂਰ ਸੱਚੇ ਪਾਤਸ਼ਾਹ ਜਦੋਂ ਵੀ ਉਸ ਅਕਾਲ ਪੁਰਖ ਦੀ ਮਹਿਮਾ ਵਿੱਚ ਜੁੜਦੇ ਨੇ, ਗਿਣਤੀ ਕਰਕੇ ਨਹੀਂ ਜੁੜਦੇ। ਕਹਿੰਦੇ ਨੇ ਹੇ ਵਾਹਿਗੁਰੂ, ਤੁਹਾਡੀਆਂ ਪੈਦਾ ਕੀਤੀਆਂ ਇਹ ਖਾਣੀਆਂ ਜਿੰਨੀਆਂ ਵੀ ਨੇ, ਜਿੰਨੇ ਵੀ ਉਹਨਾਂ ਖਾਣੀਆਂ ਵਿੱਚ ਪੈਦਾ ਹੋਣ ਵਾਲੇ ਜੀਵ ਨੇ, ਉਹ ਤਮਾਮ ਜੀਵ ਤੁਹਾਡੇ ਇਸ ਦਰ ਘਰ ਵਿੱਚ ਤੁਹਾਡੀ ਸਿਫਤ, ਤੁਹਾਡੀ ਮਹਿਮਾ, ਤੁਹਾਡੇ ਗੁਣ ਗਾਇਨ ਕਰ ਰਹੇ ਹਨ ਜੀ। ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ, ਕਰ ਕਰ ਰੱਖੇ ਤੇਰੇ ਧਾਰੇ। ਇਸ ਮੰਡਲ ਦੇ ਅੰਦਰ ਜਿੱਥੇ ਅਸੀਂ ਤੁਸੀਂ ਰਹਿ ਰਹੇ ਹਾਂ, ਵਿਗਿਆਨੀਆਂ ਨੇ ਬੜੀ ਮਦਦ ਕੀਤੀ ਵੀ ਹੁਣ ਉਹਨਾਂ ਨੇ ਖੋਜ ਕੇ ਤੇ ਸਾਡੇ ਤੁਹਾਡੇ ਸਾਹਮਣੇ ਇਸ ਮੰਡਲ ਦਾ ਇੱਕ ਨਕਸ਼ਾ ਵੀ ਹੋਂਦ ਵਿੱਚ ਲਿਆ ਕੇ ਦਿੱਤਾ। ਵਿਚਕਾਰ ਧਰਤੀ ਇਹ ਗੇਂਦਨੁਮਾ, ਉਹਦੇ ਆਲੇ ਦੁਆਲੇ ਹੋਰ ਜਿਹੜੇ ਗ੍ਰਹਿ ਨੇ, ਉਹ ਕੋਈ ਸੱਜੇ ਘੁੰਮ ਰਿਹਾ, ਕੋਈ ਖੱਬੇ ਘੁੰਮ ਰਿਹਾ। ਇਹ ਸਾਰਾ ਜਿਹੜਾ ਮੰਡਲ ਹੈ, ਤਮਾਮ ਇਸ ਮੰਡਲ ਜਿਹੜਾ ਨਕਸ਼ਾ ਅੱਜ ਵਿਗਿਆਨ ਨੇ ਤੁਹਾਡੇ ਸਾਡੇ ਸਾਹਮਣੇ ਰੱਖਿਆ ਹੈ, ਹਜ਼ੂਰ ਸੱਚੇ ਪਾਤਸ਼ਾਹ ਉਸ ਮੰਡਲ ਦੀ ਗੱਲ ਕਰਦਿਆਂ ਕੀ ਕਹਿੰਦੇ ਨੇ, ਹੇ ਵਾਹਿਗੁਰੂ, ਤੁਹਾਡੇ ਦਰ ਘਰ ਦੇ ਅੰਦਰ ਪੈਦਾ ਕੀਤੇ ਹੋਏ ਇਹ ਤਮਾਮ ਮੰਡਲ, ਜਿਹਦੇ ਵਿੱਚ ਇਹ ਧਰਤੀ ਵੀ ਹੈ, ਧਰਤੀ ਤੋਂ ਇਲਾਵਾ ਹੋਰ ਵੀ ਕਈ ਗ੍ਰਹਿ ਨੇ, ਇਹ तमाम ਪਸਾਰਾ ਜੋ ਤੁਸੀਂ ਪਸਾਰਿਆ ਤੁਹਾਡੇ ਇਸ ਦਰ ਘਰ ਦਾ ਹੀ ਹੈ। ਔਰ ਇਹ तमाम ਕੀ ਖੰਡ ਕੀ ਮੰਡਲ
ਔਰ ਕੀ ਬਰਭੰਡ ਜਿਹੜਾ ਆਹ ਧਰਤੀ ਏ, ਇਹ ਤਮਾਮ ਪਸਾਰਾ ਜਿਹੜਾ ਪਸਾਰਿਆ ਤੁਸੀਂ ਹੇ ਵਾਹਿਗੁਰੂ, ਇਹ ਤਮਾਮ ਪਸਾਰਾ ਤੁਹਾਡੀ ਸਿਫਤ ਤੁਹਾਡੀ ਮਹਿਮਾ ਦੇ ਗੁਣ ਗਾਇਨ ਕਰ ਰਿਹਾ ਹੈ। ਸੇਈ ਤੁਧਨੋ ਗਾਵਨ ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਸੇਈ ਤੁਧਨੋ ਗਾਵਨ, ਤੁਹਾਨੂੰ ਉਹ ਜੀਵ ਗਾਉਂਦੇ ਨੇ ਜੋ ਤੁਧ ਭਾਵਨ, ਜਿਹੜੇ ਤੁਹਾਨੂੰ ਚੰਗੇ ਲੱਗ ਜਾਣ। ਚੰਗੇ ਕਿਹੜੇ ਲੱਗਦੇ ਨੇ? ਜਿਹੜੇ ਉਹਦੀ ਭਗਤੀ ਵਿੱਚ ਰੱਤੇ ਨੇ, ਜਿਹੜੇ ਉਹਦੇ ਹੁਕਮ ਰਜ਼ਾਈ ਚੱਲਣ ਦੇ, ਜਿਨ੍ਹਾਂ ਨੇ ਆਪਣੇ ਆਪ ਨੂੰ ਇਸ ਨਿਜ਼ਮ ਦੇ ਪਾਬੰਦ ਬਣਾ ਲਿਆ। ਔਰ ਸਾਹਿਬ ਕਹਿੰਦੇ ਰੱਤੇ ਤੇਰੇ ਭਗਤ ਰਸਾਲੇ, ਤੇਰੀ ਭਗਤੀ ਵਿੱਚ ਰੱਤੇ ਹੋਏ ਤੁਹਾਨੂੰ ਹੇ ਅਕਾਲ ਪੁਰਖ ਵਾਹਿਗੁਰੂ ਜਿਹੜੇ ਚੰਗੇ ਲੱਗਦੇ ਨੇ, ਉਹ ਤੁਹਾਡੀ ਇਸ ਪੈਦਾ ਕੀਤੇ ਹੋਏ ਦਰ ਘਰ ਦੇ ਅੰਦਰ ਤੁਹਾਡੀ ਮਹਿਮਾ ਦੇ ਗੁਣ ਗਾਇਨ ਕਰ ਰਹੇ ਹਨ। ਹੋਰ ਕੀਤੇ ਤੁਧਨੋ ਗਾਵਨ, ਸੇ ਮੈਂ ਚਿਤ ਨ ਆਵਨ। ਕੁਰਬਾਨ ਜਾਈਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤੋਂ ਇਹ ਗਿਣ ਕੇ ਨਾ, ਕੀ ਦੇਵੀਆਂ, ਕੀ ਦੇਵਤੇ, ਕੀ ਇੰਦਰ, ਕੀ ਹੋਰ ਤਮਾਮ ਪਸਾਰਾ, ਤੇ ਅਖੀਰ ਤੇ ਆ ਕੇ ਹਜ਼ੂਰ ਸੱਚੇ ਪਾਤਸ਼ਾਹ ਫਿਰ ਨਿਮਰਤਾ ਨਾਲ ਕਹਿੰਦੇ ਵੀ ਵਾਹਿਗੁਰੂ ਜਿੰਨੇ ਕੁ ਮੈਨੂੰ ਨਜ਼ਰ ਪਏ ਨਾ, ਮੈਂ ਵੇਖੇ ਵੀ ਆਹ ਵੀ ਗਾ ਰਿਹਾ, ਆਹ ਵੀ ਗਾ ਰਿਹਾ, ਆਹ ਵੀ ਤੁਹਾਡੇ ਹੁਕਮ 'ਚ ਆ ਵੀ, ਮੈਂ ਓਨਿਆਂ ਕੁ ਦੇ ਨਾਂ ਦੱਸ ਸਕਿਆ ਵੀ ਇਹ ਵੀ ਪੌਣ ਪਾਣੀ, ਇਹ ਤਮਾਮ ਪਸਾਰਾ। ਪਰ ਇਹਦਾ ਅਰਥ ਹੈ ਵਾਹਿਗੁਰੂ ਇਹ ਨਹੀਂ ਵੀ ਜਿਨ੍ਹਾਂ ਦਾ ਮੈਂ ਜ਼ਿਕਰ ਕਰ ਦਿੱਤਾ ਪਿੱਛੇ, ਸਿਰਫ ਇਹ ਗਾਉਂਦੇ ਨੇ ਤੇ ਹੋਰ ਨਹੀਂ ਗਾਉਂਦੇ, ਹੋਰ ਵੀ ਬਥੇਰੇ ਨੇ। ਪਰ ਸੇ ਮੈਂ ਚੇਤਨਾ ਆਮਨ, ਗਾਉਂਦੇ ਹੋਰ ਵੀ ਬੇਅੰਤ ਨੇ, ਪਰ ਉਹ ਮੇਰੇ ਚਿੱਤ ਚੇਤੇ ਨਹੀਂ। ਆ ਜਿਹੜੀ ਮੈਨੂੰ ਨਜ਼ਰ ਦਿੱਤੀ ਹੈ ਨਾ ਵਾਹਿਗੁਰੂ, ਇਹ ਜਿੰਨੀ ਕੁ ਇਹਦੀ ਲਿਮਟ ਹੈ, ਜਿੰਨਾ ਕੁ ਇਹਨੇ ਵੇਖਿਆ, ਇਹਨੂੰ ਉਹਨਾਂ ਕੋਈ ਪਤਾ ਲੱਗਾ ਵੀ ਇੰਨਾ ਕੁਝ ਹੈ। ਅਸੀਂ ਤੁਸੀਂ ਬਾਹਰ ਖੇਤ ਵਿੱਚ ਜਾਂ ਖੁੱਲ੍ਹੇ ਅਸਮਾਨ ਹੇਠ ਖੜੋਤੇ ਹੋਈਏ, ਅਸੀਂ ਸਾਹਮਣੇ ਦੂਰ ਤੱਕ ਤੱਕੀਏ, ਕਿਸੇ ਦੀ ਮੀਲ ਤੱਕ ਨਜ਼ਰ, ਕਿਸੇ ਦੀ 2 ਮੀਲ ਤੱਕ ਜਾਏਗੀ, ਤੇ ਕੀ ਬੰਦਾ ਕਵੇ ਵੀ 1.5-2 ਮੀਲ ਤੱਕ ਮੇਰੀ ਨਜ਼ਰ ਜਾਂਦੀ, ਉਦੋਂ ਅੱਗੇ ਹੈ ਹੀ ਕੁਝ ਨਹੀਂ, ਤੇ ਗੱਲ ਗਲਤ ਹੈ ਨਾ। ਸਾਡੀ ਨਜ਼ਰ ਦੀ ਕੋਈ ਲਿਮਟ ਹੈ ਬਈ ਇਹਦੋਂ ਅੱਗੇ ਨਹੀਂ, ਪਰ ਕੀ ਅਕਾਲ ਪੁਰਖ ਵਾਹਿਗੁਰੂ ਦਾ ਪਸਾਰਾ, ਜਿੱਥੇ ਸਾਡੀ ਨਜ਼ਰ ਦੀ ਤਾਕਤ ਖਤਮ ਹੋ ਜਾਂਦੀ ਏ, ਉਹਦਾ ਪਸਾਰਾ ਤਾਂ ਉਸ ਤੋਂ ਅੱਗੇ ਵੀ ਹੈ। ਤੇ ਅਸੀਂ ਇਹ ਤਾਂ ਨਹੀਂ ਨਾ ਕਹਿ ਸਕਦੇ ਵੀ ਇੰਨੇ ਜਿੰਨੇ ਮੈਨੂੰ ਲੱਭੇ, ਨਹੀਂ। ਹਜ਼ੂਰ ਅਖੀਰ ਵਿੱਚ ਜਾ ਕੇ ਕਹਿੰਦੇ ਨੇ, ਹੇ ਵਾਹਿਗੁਰੂ ਸੇਈ ਤੁਧਨੋ ਗਾਵਨ ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਤੁਧਨੋ ਗਾਵਨ। ਹੋਰ ਕਈ ਗਾਉਂਦੇ ਨੇ, ਪਰ ਦੱਸੇ ਕਿਉਂ ਨਹੀਂ? ਮਹਾਰਾਜ ਕਹਿੰਦੇ ਸੇ ਮੈਂ ਚੇਤਨਾ, ਉਹ ਜਿਹੜੇ ਗਾ ਰਹੇ ਨੇ ਵਾਹਿਗੁਰੂ, ਉਹ ਮੇਰੇ ਚਿੱਤ ਚੇਤੇ ਨਹੀਂ ਗੇ ਬਈ ਉਹ ਵੀ ਗਾ ਰਹੇ ਨੇ। ਇਸ ਕਰਕੇ ਹਜ਼ੂਰ ਸੱਚੇ ਪਾਤਸ਼ਾਹ ਪਾਵਨ ਬਚਨ ਇਸ ਪ੍ਰਕਾਰ ਬਖਸ਼ ਰਹੇ ਨੇ ਕਿ ਨਾਨਕ ਕਿਆ ਵਿਚਾਰੇ। ਨਾਨਕ ਹੋਰ ਜਿਹੜੇ ਹੋਰ ਵਾਹਿਗੁਰੂ ਤੁਹਾਨੂੰ ਗਾ ਰਹੇ ਨੇ, ਉਹਨਾਂ ਦੀ ਵਿਚਾਰ ਕੀ ਕਰ ਸਕਦਾ ਹੈ? ਭਾਵ ਨਹੀਂ ਕਰਨ ਜੋਗਾ। ਤੁਹਾਡੀ ਕੁਦਰਤ ਬੇਅੰਤ ਹੈ, ਇਸ ਕੁਦਰਤ ਵਿੱਚ ਬੇਅੰਤ ਜੀਵ ਗਾ ਰਹੇ ਨੇ, ਜਿੰਨੇ ਕੁ ਸਮਝ ਪਏ ਦੱਸ ਦਿੱਤੇ, ਪਰ ਹੋਰ ਵੀ ਬੇਅੰਤ ਗਾ ਰਹੇ ਨੇ। ਪਰ ਨਾਨਕ ਦਾਸ ਕੋਲ ਇੰਨੀ ਤਾਕਤ ਨਹੀਂ ਕਿ ਤਮਾਮ ਤੁਹਾਡੇ ਪਸਾਰੇ ਹੋਏ ਪਸਾਰੇ ਦੀ ਵਿਚਾਰ ਕਰ ਸਕੇ ਜੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਸਾਧ ਸੰਗਤ ਤੇ ਪਾਵਨ ਪਵਿੱਤਰ ਪੌੜੀ ਅਸੀਂ 2 ਵਕਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਪਾਠ ਅੰਮ੍ਰਿਤ ਵੇਲੇ ਸ਼ਾਮ ਨੂੰ ਸੂਰਜ ਡੁੱਬੇ ਕਰਦਿਆਂ ਪੜ੍ਹਦੇ ਹਾਂ। ਪਰ ਅਕਸਰ ਮੈਂ ਬੇਨਤੀ ਕਰਿਆ ਕਰਦਾ ਵੀ ਇਸ ਪਾਵਨ ਪਵਿੱਤਰ ਪੰਕਤੀ ਦਾ ਪਾਠ ਕਰਨ ਲੱਗਿਆਂ ਅਸੀਂ ਅਕਸਰ ਬਹੁਤਾਤ ਪਾਠ ਕਰਨ ਵਾਲੇ ਵਿਸ਼ਰਾਮ ਇੱਧਰ ਤੋਂ ਉੱਧਰ ਲਾ ਜਾਂਦੇ ਹਾਂ। 2 ਮਿੰਟ ਆਪ ਸੰਗਤ ਦੇ ਜਾਇਆ ਹੋਣਗੇ ਬਈ ਵਿਸ਼ਰਾਮ ਦੀ ਬਾਣੀ ਅੰਦਰ ਕਿਤਨੀ ਮਹਾਨਤਾ ਹੈ ਔਰ ਇਹ ਕਿਤਨਾ ਜ਼ਰੂਰੀ ਹੈ, ਇਹ ਥੋੜ੍ਹਾ ਜਿਹਾ ਸਮਝ ਲਈਏ। ਕਹਿੰਦੇ ਨੇ ਕੋਈ ਫੌਜ ਦੇ ਉੱਪਰ ਵੱਡਾ ਅਫੀਸਰ, ਉਹਦੀ ਡਿਊਟੀ ਲੱਗ ਗਈ ਬਾਰਡਰ 'ਤੇ,
ਬਈ ਦੋਨਾਂ ਦੇਸ਼ਾਂ ਦੇ ਵਿੱਚ ਤਣਾਅ ਬਣਿਆ, ਉਹਦੇ ਹੇਠਾਂ 5-7 ਹਜ਼ਾਰ ਨੌਜਵਾਨ ਇੱਕ ਟੁਕੜੀ ਜਿਹੜੀਆਂ ਭਾਰੀ ਭਰਕਮ ਤੋਪਾਂ ਲੈ ਕੇ ਟੈਂਕ ਲੈ ਕੇ ਆਪਣੇ ਉਸ ਮੇਜਰ ਆਫੀਸਰ ਦੇ ਹੇਠਾਂ ਬਾਰਡਰ ਦੇ ਉੱਪਰ ਜਾ ਕੇ ਖੜੀਆਂ ਨੇ ਔਰ ਆਪਣੇ ਉਸ ਆਫੀਸਰ ਦਾ ਇੰਤਜ਼ਾਰ ਕਰ ਰਹੀਆਂ ਵੀ ਜਦੋਂ ਇਹ ਹੁਕਮ ਕਰੇਗਾ ਅਸੀਂ ਉਸੇ ਵੇਲੇ ਫਾਇਰਿੰਗ ਖੋਲ੍ਹ ਦੇਣੀ। ਹੁਣ ਹੋਇਆ ਕਿ ਬਈ ਗਵਾਂਢੀ ਦੇਸ਼ ਦਾ ਇੱਕ ਭਰਿਆ ਹੋਇਆ ਬਰੂਦ ਦੇ ਨਾਲ ਜਹਾਜ਼ ਬਾਰਡਰ ਦੇ ਉੱਪਰੋਂ ਕ੍ਰੋਸ ਕਰ ਰਿਹਾ ਹੈ, ਉਹਦੇ 'ਚ ਭਾਰੀ ਭਰਕਮ ਮਿਜ਼ਾਈਲਾਂ ਨੇ। ਜਿਹੜਾ ਆਫੀਸਰ ਕਮਾਂਡ ਕਰ ਰਿਹਾ ਹੈ ਉਹਨੇ ਜਿਹੜੇ ਆਪਣੀ ਜ਼ੁਬਾਨ ਤੋਂ ਸ਼ਬਦ ਕਹੇ ਉਹ ਜਰਾ ਸੁਣਿਓ ਵੀ ਰੋਕੋ ਮਤ ਜਾਣੇ ਦਿਓ। ਹੁਣ ਇੱਕ ਵਿਸ਼ਰਾਮ ਹੈ, ਜਿਹੜੇ ਉਹਦੇ ਹੇਠਾਂ ਪਲਟਨ ਵਿੱਚ ਨੌਜਵਾਨ ਕੰਮ ਕਰਨ ਵਾਲੇ ਵੀ ਕੰਨ ਦੇ ਕੇ ਬੈਠੇ ਨੇ ਵੀ ਅਫੀਸਰ ਹੁਕਮ ਕਰੇ ਅਸੀਂ ਘੋੜੇ ਦਾਗ ਨੱਪਦੇ ਨੇ। ਹੁਣ ਉਹਨਾਂ ਸੁਣਿਆ ਕੀ ਇਹ ਵੀ ਰੋਕੋ ਮਤ ਜਾਣੇ ਦਿਓ। ਹੋਇਆ ਕਿ ਬਈ ਉਹ ਸਾਰੇ ਜਵਾਨ ਢਿੱਲੇ ਪੈ ਗਏ ਵੀ ਅਫੀਸਰ ਕਹਿੰਦਾ ਵੀ ਕੋਈ ਗੱਲ ਨਹੀਂ, ਹੈ ਜਿਹੜਾ ਜਹਾਜ਼ ਆ ਰਿਹਾ ਜਾਣ ਦਿਓ, ਇਹਨੂੰ ਮਤਾ ਰੋਕੋ, ਇਹਦੇ ਅਰਥੇ ਬਣੇ। ਔਰ ਇੱਕ ਵਿਸ਼ਰਾਮ ਨਾਲ ਸਮੁੱਚੇ ਦਾ ਸਮੁੱਚਾ ਮੁਲਕ ਜਿਹੜਾ ਉਹ ਤਬਾਹ ਹੋ ਗਿਆ। ਇੱਕ ਵਿਸ਼ਰਾਮ ਉਹੀ ਕਰਨਲ ਅਫੀਸਰ ਲਾ ਰਿਹਾ ਹੈ ਬਈ ਰੋਕੋ ਮਤ ਜਾਣੇ ਦਿਓ, ਤੇ ਉਸੇ ਵੇਲੇ ਉਹਨਾਂ ਦਾਗੀ ਮਿਜ਼ਾਈਲ ਤੇ ਉਹ ਜਹਾਜ਼ ਟੁਕੜੇ ਟੁਕੜੇ ਕਰਕੇ ਸੁੱਟਤਾ। ਜੇ ਇੱਕ ਵਿਸ਼ਰਾਮ ਇੱਧਰ ਤੋਂ ਇੱਧਰ ਲਾਉਣ ਨਾਲ ਇੱਕ ਮੁਲਕ ਤਬਾਹ ਹੋ ਸਕਦਾ, ਇੱਕ ਮੁਲਕ ਤਬਾਹ ਹੁੰਦਾ ਬਚ ਸਕਦਾ ਹੈ, ਤੇ ਵਿਸ਼ਰਾਮ ਦੀ ਕਿੰਨੀ ਮਹਾਨਤਾ ਹੈ। ਪਰ ਅਸੀਂ ਪੜ੍ਹੀ ਜਾ ਰਹੇ ਹਾਂ ਜਿੱਦਾਂ ਆਉਂਦਾ ਹੈ ਪੜ੍ਹੀ ਜਾ ਰਹੇ ਹਾਂ, ਪਰ ਇਹ ਕੋਈ ਪਤਾ ਨਹੀਂ ਵੀ ਕੀ ਪੜ੍ਹ ਰਹੇ, ਇਹਦੇ ਅਰਥ ਕੀ ਨੇ, ਇਹਦੀ ਵਿਚਾਰ ਕੀ ਹੈ। ਮੈਂ ਅਰਜ਼ ਕੀਤੀ ਸੀ ਨਾ, ਕੋਈ ਇਤਰਾਜ਼ ਨਹੀਂ ਜਿਹੜੇ ਕਹਿੰਦੇ ਨੇ ਇੰਨੇ ਪਾਠ ਕਰੋ ਜਮ ਜਮ, ਪਰ ਉਹ ਨਾਲ ਇਹ ਵੀ ਕਹਿਣ ਬਈ ਜਿਹੜਾ ਪਾਠ ਕਰਦੇ ਉਹਨੂੰ ਨਾਲ ਨਾਲ ਵਿਚਾਰੋ ਵੀ ਪਾਠ ਗਿਆਨ ਕਹਿੰਦਾ ਕੀ, ਗੱਲ ਫਿਰ ਬਣਨੀ, ਵਰਨਾ ਨਹੀਂ ਬਣਨੀ। ਜੇ ਬਣਦੀ ਹੁੰਦੀ ਤੇ ਗੁਰੂ ਸਾਹਿਬ ਕਹਿੰਦੇ ਕਿਉਂ ਵੀ ਪੜ੍ਹ ਪੜ੍ਹ ਗੱਡੀ ਲੱਦੀ ਹੈ। ਔਰ ਮੈਂ ਮਾਫੀ ਮੰਗ ਅਰਜ਼ ਕਰਾਂਗਾ ਵੀ ਨਾਰਾਜ਼ ਨਾ ਹੋਇਓ, ਸ਼ਾਇਦ ਮੈਨੂੰ ਲੱਗਦਾ ਵੀ ਜਿੰਨਾ ਕੁ ਮੈਂ ਵੇਖਿਆ ਵੀ ਜਿੰਨਾ ਪਠਨ ਪਾਠਨ ਧਰਮ ਗ੍ਰੰਥ ਦਾ ਮੇਰੀ ਕੌਮ 'ਚ ਹੋ ਰਿਹਾ ਹੈ, ਮੈਨੂੰ ਨਹੀਂ ਲੱਗਦਾ ਵੀ ਦੁਨੀਆ ਭਰ ਦੇ ਸਾਰੇ ਬਾਕੀ ਮਿਲਾ ਕੇ ਵੀ ਇੰਨਾ ਪਠਨ ਪਾਠਨ ਕਰਦੇ ਹੋ। ਪਰ ਵੇਖ ਲਓ, ਬਾਂਹ ਫੜ ਕੇ ਤੁਸੀਂ ਬਹੁਤਾ ਨਹੀਂ ਕਿਸੇ ਇੱਕ ਸ਼ਬਦ ਦੇ ਅਰਥ ਪੁੱਛ ਲਓ, ਬੰਦਾ ਹੱਸ ਕੇ ਵਿਖਾ ਦਿੰਦਾ ਜੀ ਨਹੀਂ ਮੈਨੂੰ ਨਹੀਂ ਪਤਾ। ਫਿਰ ਕਾਦੇ ਲਈ ਪੜ੍ਹ ਰਹੇ ਆ ਜੇ ਅਰਥ ਨਹੀਂ ਪਤਾ ਤਾਂ? ਉਹ ਜੀ ਸਾਡਾ ਕੰਮ ਨਹੀਂ, ਫਿਰ ਕੰਮ ਕਿਹਦਾ ਹੈ ਜੀ? ਨਹੀਂ, ਅਸੀਂ ਅਰਥ ਭਾਵ ਵੀ ਬਾਣੀ ਪੜ੍ਹਨੀ ਇਸ ਲਈ ਇਹ ਵੀ ਸਾਨੂੰ ਅਰਥ ਭਾਵ ਵਿੱਚ ਉਤਰ ਜਾਈਏ। ਕਮਾਉਣੇ ਤਾਂ ਹੀ ਆਉਣਗੇ ਜੇ ਪਹਿਲਾਂ ਸਾਡੀ ਪਕੜ 'ਚ ਆਏਗੀ ਗੱਲ ਵੀ ਗੁਰੂ ਕਹਿ ਕੀ ਰਿਹਾ। ਪਰ ਅਸੀਂ ਇਹ ਗੱਲ ਕਹਿ ਕੇ ਟਾਲ ਦਿੰਦੇ ਹਾਂ ਜੀ ਨਹੀਂ ਬਾਣੀ ਪੜ੍ਹਨੀ ਬੜੀ ਔਖੀ ਹੈ, ਮੈਂ ਤਾਂ ਇੰਨਾ ਪੜ੍ਹਿਆ ਨਹੀਂ। ਘਰ 'ਚ ਮੋਬਾਈਲ ਲਿਆਉਣੇ ਆ ਨਾ, ਮੋਬਾਈਲ ਤੁਸੀਂ ਵੇਖੋ ਉਹਨੇ ਪੜ੍ਹੇ ਲਿਖੇ ਬੱਚੇ ਨਹੀਂ ਟ੍ਰੇਨ, ਘਰ ਬੈਠੀ ਅਨਪੜ੍ਹ ਮਾਤਾ ਵਿਚਾਰੀ ਵੀ ਫੋਨ ਲਾ ਲੈਂਦੀ ਹੈ, ਨੰਬਰ ਲਾ ਲੈਂਦੀ, ਕਿਉਂ? ਪਤਾ ਹੈ ਵੀ ਇਹਦੇ ਤੋਂ ਬਿਨਾਂ ਗੁਜ਼ਾਰਾ ਨਹੀਂ, ਸਰਨਾ ਨਹੀਂ, ਦੁੱਖ ਸੁੱਖ ਵੇਲੇ ਇਹੀ ਤਾਂ ਸਾਥ, ਇਹਦੇ ਰਾਹੀਂ ਪੁੱਤਰ ਧੀ ਨੂੰ ਸੱਦਣਾ ਹੈ, ਪੁੱਤਰ ਤਾਂ ਆਪ ਹੋ ਮਜਬੂਰੀ ਬਣ ਗਈ ਨਾ ਮਾਂ ਦੀ ਵੀ ਪੜ੍ਹਨਾ ਪੈਣਾ, ਇਹਨੂੰ ਸਿੱਖਣਾ ਪੈਣਾ, ਇਹਦੇ ਬਿਨਾਂ ਹੁਣ ਗੱਡੀ ਨਹੀਂ ਚੱਲਣੀ। ਸਿੱਖਾ ਇਹ ਜਿਹੜੀ ਬਾਣੀ ਗੁਰੂ ਸ਼ਬਦ ਰੂਪ ਰਾਹੀਂ ਤੈਨੂੰ ਸਤਿਗੁਰਾਂ ਨੇ ਦਿੱਤੀ ਏ, ਇਹ ਕਹਿ ਕੇ ਨਾ ਟਾਲ ਦਿਆ ਕਰ ਨਹੀਂ ਜੀ ਔਖੀ ਏ ਬੜੀ ਔਖੀ, ਨਹੀਂ, ਇਹਦੇ ਤੋਂ ਬਿਨਾਂ ਤੇਰੀ ਜ਼ਿੰਦਗੀ ਦਾ ਪਾਰ ਉਤਾਰਾ ਹੀ ਨਹੀਂ ਹੋਣਾ। ਇਹ ਤੈਨੂੰ ਪੜ੍ਹਨੀ ਪੈ ਗਈ, ਭਾਵੇਂ ਔਖਾ ਹੋ ਕੇ ਪੜ੍ਹ ਭਾਵੇਂ ਸੌਖਾ ਹੋ ਕੇ ਪੜ੍ਹ, ਇਹ ਸਮਝੇ ਤੋਂ ਬਿਨਾਂ ਛੁਟਕਾਰਾ ਹੋਣਾ ਹੀ ਨਹੀਂ। ਅਸੀਂ ਇਹ ਗੱਲ ਸਿੱਖੀਏ ਕਾ? ਹੁਣ ਅਸੀਂ ਕਹਿ ਦਿੰਦੇ ਹਾਂ ਜੀ ਪੜ੍ਹੇ ਨਹੀਂ। ਤੁਸੀਂ ਕਿਤੇ ਏਅਰਪੋਰਟ 'ਤੇ ਦੇਖਿਓ, ਜਿਹੜਾ ਬੰਦਾ ਇੱਕ ਦਿਨ ਵੀ ਸਕੂਲ ਨਹੀਂ ਨਾ ਗਿਆ, ਸਾਰੀ ਉਹਦੇ ਪੁੱਤਰ ਧੀ ਕੈਨੇਡਾ ਅਮਰੀਕਾ ਜਾ ਕੇ ਵਸ ਗਏ, ਤੇ ਉਹ ਇੱਥੋਂ ਮਿਲਣ ਜਾਂਦਾ ਜੇ। ਇੱਥੋਂ ਬਜ਼ੁਰਗ ਬੜੇ ਜਾਂਦੇ ਨੇ ਸਾਡੇ, ਉਹਦੇ 'ਚ ਬਜ਼ੁਰਗ ਮਾਤਾਵਾਂ ਵੀ ਬਜ਼ੁਰਗ ਵੀ ਹੁੰਦੇ ਨੇ, ਔਰ ਏਅਰਪੋਰਟ 'ਤੇ ਵੇਖਣ ਵਾਲਾ ਅਸ਼ਰ ਹੁੰਦਾ ਹੈ, ਪਤਾ ਕੁਝ ਨਹੀਂ ਹੁੰਦਾ ਵੀ ਨਾ ਪੜ੍ਹੇ ਹੁੰਦੇ ਨੇ। ਉਹ ਪਾਸਪੋਰਟ ਨੂੰ ਰਾਸ਼ਨ ਕਾਪੀ ਦੱਸੀ ਜਾਣਗੇ, ਇਹ ਅਸ਼ਰ ਹੋਇਆ। ਔਰ ਵਕਤ ਪਾਇਆ ਹੁੰਦਾ ਉੱਥੋਂ ਦੀ ਸਾਰੀ ਟੀਮ ਨੂੰ ਵੀ ਐ, ਜੇ ਇੱਕ ਅਨਪੜ੍ਹ ਬਜ਼ੁਰਗ ਬਿਨਾਂ ਦੱਸੇ ਪੁੱਛੇ ਤੋਂ ਵਿਦੇਸ਼ 'ਚ ਬੈਠੇ ਆਪਣੇ ਪੁੱਤਰ ਤੱਕ ਪਹੁੰਚ ਕੇ ਮਿਲ ਕੇ ਸੁੱਖ ਸੰਦ ਪੁੱਛ ਕੇ ਵਾਪਸ ਆ ਸਕਦਾ ਹੈ, ਤੇ ਇਹ ਨਹੀਂ ਹੋ ਸਕਦਾ ਵੀ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਮੈਂ ਨੇੜੇ ਹੋਵਾਂ ਇਹਨੂੰ ਵੀ ਸਮਝਾਂ। ਇਹ ਕੁਝ ਹੋ ਸਕਦਾ ਹੈ,
ਪਰ ਇਹ ਵੀ ਹੋ ਸਕਦਾ, ਪਰ ਇਹਦੇ ਲਈ ਖੁਦ ਆਪਣੇ ਆਪ ਨੂੰ ਪ੍ਰਪੇਅਰ ਕਰਨਾ ਪਏਗਾ, ਇਮਾਨਦਾਰ ਬਣਨਾ ਪਏਗਾ, ਬਾਣੀ ਦਾ ਦਰਪਣ ਖਰੀਦ ਕੇ ਘਰ ਲਿਆਉਣਾ ਪਏਗਾ, ਮਿਹਨਤ ਕਰਕੇ ਬਾਣੀ ਪੜ੍ਹਨੀ ਪੈਗੀ, ਔਰ ਕੀ ਪੜ੍ਹ ਰਹੇ ਆ ਉਹਦੇ ਤੇ ਧਿਆਨ ਦੇਣਾ ਪਏਗਾ, ਤਾਂ ਬਣਨੀ ਹੈ ਗੱਲ। ਇੰਨਾ ਕਹਿ ਕੇ ਜਾਨ ਛੁਡਾਇਆ ਵੀ ਇਹ ਤਾਂ ਬੜਾ ਔਖਾ ਹੈ ਜੀ, ਭਾਈਆਂ ਦਾ ਕੰਮ ਹੈ ਵਿਚਾਰੇ ਪੜ੍ਹਨ ਨਾ ਪੜ੍ਹਨ, ਉਹਨਾਂ ਦਾ ਤਾਂ ਕੰਮ ਹੈ, ਕਿਉਂਕਿ ਉਹਨਾਂ ਵਿਚਾਰਿਆਂ ਦੀ ਰੋਜੀ ਰੋਟੀ ਜੁੜੀ ਹੈ, ਪੜ੍ਹਨਾ ਪੈਣਾ ਉਹਨਾਂ ਨੂੰ, ਸ਼ਾਇਦ ਵਰਨਾ ਉਹ ਵੀ ਨਾ ਪੜ੍ਹਦੇ। ਪਰ ਨਹੀਂ, ਉਹਨਾਂ ਦਾ ਪੜ੍ਹਿਆ ਤੈਨੂੰ ਨਹੀਂ ਮਿਲ ਜਾਣਾ। ਕਿਉਂ ਨਹੀਂ ਮਿਲਣਾ? ਮੈਂ ਬੇਨਤੀ ਕਰਦਿਆਂ ਵੀ ਭੁੱਖ ਲੱਗੀ ਹੋਵੇ ਸਾਨੂੰ, ਮਾਂ ਬੈਠੀ ਹੈ ਨਾਲ ਰਸੋਈ ਵਿੱਚ, ਉਹਨੂੰ ਕਹੀਏ ਵੀ ਮਾਂ ਭੁੱਖ ਤਾਂ ਮੈਨੂੰ ਲੱਗੀ ਹੈ, ਪਰ ਪ੍ਰਸ਼ਾਦਾ ਤੂੰ ਛਕ ਲਾ, ਮਾਂ ਖਾ ਲੇ ਰੋਟੀ। ਤੇ ਪੁੱਤਰ ਕਵੇ ਵੀ ਮਾਂ ਹੁਣ ਮੈਂ ਰੱਜ ਗਿਆ, ਇਹ ਹੋ ਸਕਦਾ ਕਦੀ? ਬਾਣੀ ਨੂੰ ਅਸੀਂ ਕਹਿੰਦੇ ਹਾਂ ਵੀ ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਆਤਮਾ ਦਾ ਭੋਜਨ ਪਰਮਾਤਮਾ ਦਾ ਨਾਮ, ਇਹ ਬਾਣੀ ਹੈ। ਆਤਮਾ ਨੂੰ ਭੁੱਖੀ ਮਾਰਿਆ, ਅਸੀਂ ਤਾਂ ਕਹਿ ਦਿੱਤਾ ਵੀ ਤੂੰ ਪੜ੍ਹ ਲੈ, ਮਾਇਆ ਦੇ ਦਾਂਗੇ। ਨਹੀਂ ਗੁਰੂ ਸਵਾਰੀ ਸਾਧ ਸੰਗਤ, ਇਹਦਾ ਇਹੀ ਕਾਰਨ ਹੈ ਵੀ ਅੱਜ ਬਹੁਤਾਤ ਗਿਣਤੀ ਸਾਡੇ ਪਰਿਵਾਰਾਂ ਦੀ, ਅਸੀਂ ਸਿੱਖ ਅਖਵਾਉਣੇ ਆ, ਗੁਰੂ ਨਾਨਕ ਦੇ ਨਾਦੀ ਪੁੱਤਰ ਕਹਿੰਦੇ ਆ, ਪਰ ਬਹੁਤ ਵੱਡੇ ਗੁਰੂ ਨਾਨਕ ਦੇ ਨਾਦੀ ਪੁੱਤਰਾਂ ਦੇ ਪਰਿਵਾਰਾਂ ਨੂੰ ਵੀ ਨਹੀਂ ਪਤਾ ਵੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਕੀ ਹੈ। ਅਸੀਂ ਤਾਂ ਦੂਜਿਆਂ ਨੂੰ ਦੱਸਣਾ ਸੀ, ਆਂਢੀਆਂ ਗੁਆਂਢੀਆਂ ਨੂੰ ਦੱਸਣਾ ਸੀ ਵੀ ਸਾਡੇ ਬਾਪੂ ਦੀ ਆਹ ਵਿਚਾਰਧਾਰਾ ਹੈ। ਹੋਇਆ ਪਤਾ ਕੀ ਜੇ? ਹੋਇਆ ਇਹ ਹੈ ਵੀ ਕੋਈ ਸਿਆਣਾ ਬੰਦਾ ਨਾ, ਸਿਆਣਾ ਪੁਰਖ ਬਾਂਹ ਫੜ ਕੇ ਪੁੱਤਰ ਦੀ ਉਹਦੇ ਪਿਓ ਦੇ ਸਾਹਮਣੇ ਬਿਠਾ ਕੇ ਪੁੱਤਰ ਨੂੰ ਕਹਿ ਰਿਹਾ, ਪੁੱਤਰ ਨੂੰ ਇਹ ਗੱਲ ਕਹਿ ਰਿਹਾ ਵੀ ਤੇਰੇ ਬਾਪੂ ਚਾਹ ਵੀ ਗੋਣੀ, ਤੇਰੇ ਬਾਪੂ ਚਾਹ ਵੀ ਗੋਣੇ, ਤੇਰਾ ਬਾਪੂ ਇਸ ਤਰ੍ਹਾਂ ਦੀ ਵਿਚਾਰਧਾਰਾ ਰੱਖਦਾ। ਪੁੱਤਰ ਸਿਰ ਮਾਰ ਰਿਹਾ, ਅੱਛਾ ਮੇਰੇ ਬਾਪੂ 'ਚ ਇਹ ਵੀ ਗੁਣ ਹੈ, ਕਮਾਲ ਦੀ ਬਾਤ ਵੀ ਪਿਓ ਨੂੰ ਨਹੀਂ ਪਤਾ ਪੁੱਤਰ ਦੀ ਵਿਚਾਰਧਾਰਾ, ਵਾਹਿਗੁਰੂ ਪੁੱਤਰ ਨੂੰ ਨਹੀਂ ਪਤਾ ਪਿਓ ਦੀ ਵਿਚਾਰਧਾਰਾ ਕੀ ਹੈ। ਅਸੀਂ ਕਾਹਦੇ ਫਿਰ ਪੁੱਤਰ ਹੋਏ ਜੀ? ਜਿਸ ਪੁੱਤਰ ਨੂੰ ਪਤਾ ਹੀ ਨਹੀਂ ਵੀ ਮੇਰਾ ਬਾਪੂ ਕਹਿਣਾ ਕੀ ਚਾਹੁੰਦਾ ਹੈ, ਫਿਰ ਉਹ ਪੁੱਤਰ ਕਾਹਦਾ ਹੋਇਆ? ਜੇ ਪੁੱਤਰ ਸਚਿਆਰ ਬਣਨਾ ਹੈ ਤਾਂ ਸਾਧ ਸੰਗਤ ਇਸ ਲਈ ਜ਼ਰੂਰ ਹੈ ਉਸ ਪੁੱਤਰ ਨੂੰ ਪਤਾ ਹੋਵੇ ਮੇਰੇ ਬਾਪੂ ਦਾ ਸਿਧਾਂਤ ਕੀ ਹੈ, ਮੇਰੇ ਬਾਪੂ ਦੀ ਵਿਚਾਰਧਾਰਾ ਕੀ ਹੈ, ਮੇਰੇ ਬਾਪੂ ਨੂੰ ਕੀ ਚੰਗਾ ਲੱਗਦਾ, ਕੀ ਚੰਗਾ ਨਹੀਂ ਲੱਗਦਾ। ਇਹ ਜਾਣਨ ਵਾਸਤੇ ਸਾਨੂੰ ਅੱਜ ਤੋਂ ਹੀ ਤਈਆ ਕਰ ਲੈਣਾ ਚਾਹੀਦਾ ਹੈ ਬਈ ਅਸੀਂ ਆਪਣੇ ਘਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਸਹਿਜ ਪਾਠ ਪ੍ਰਾਰੰਭ ਕਰੀਏ, ਸ਼ਬਦਾਰਥ ਦਰਪਣ ਲਿਆਈਏ ਔਰ ਬੱਚਿਆਂ ਨੂੰ ਨਾਲ ਬਿਠਾਈਏ, ਔਰ ਜਿੱਥੇ ਆਪ ਪੜ੍ਹਨਾ ਹੈ ਉੱਥੇ ਕਦੀ ਕਦੀ ਵਿੱਚੋਂ ਬੱਚੀ ਨੂੰ, ਬੇਟੇ ਨੂੰ ਵੀ ਕਹਿਣਾ ਪੁੱਤਰਾ ਸ਼ਬਦ ਤੂੰ ਪੜ੍ਹ, ਬਹੁਤੇ ਨਾ ਪੜ੍ਹੋ ਸਹੀ, ਇੱਕ ਹੀ ਸ਼ਬਦ ਪੜ੍ਹ ਲਈਏ ਤੇ ਪੜ੍ਹਨ ਤੋਂ ਬਾਅਦ ਉਹਦੀ ਕਮ ਸੋ ਕਮ ਸੰਖੇਪ ਵਿਚਾਰ ਹੋਵੇ ਵੀ ਇਹਦੇ ਵਿੱਚੋਂ ਕੀ ਕਿਹਾ ਜਾ ਰਿਹਾ ਹੈ, ਸਾਨੂੰ ਪਤਾ ਚੱਲੇ। ਇਹਦੇ ਲਈ ਸਿਰਫ ਇਹ ਨਹੀਂ ਵੀ ਸੁਣ ਕੇ ਤੇ ਕੰਨ ਲਪੇਟ ਕੇ ਅਸੀਂ ਤੁਰ ਜਾਣਾ, ਇਹ ਉਦਮ ਕਰਨਾ ਪਏਗਾ ਆਪਣੇ ਬਾਪੂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਜਾਣਨ ਲਈ। ਸਾਨੂੰ ਅੱਜ ਤੋਂ ਹੀ ਇਹ ਮਿਹਨਤ ਕਰਨੀ ਪੈਗੀ ਵੀ ਮੈਂ, ਕਮਾਲ ਦੀ ਬਾਤ ਮੈਂ ਕਹੀ ਜਾ ਰਿਹਾ, ਮੈਂ ਗੁਰੂ ਦਾ ਸਿੱਖ, ਮੈਂ ਗੁਰੂ ਦਾ ਸਿੱਖ, ਤੇ ਮੈਨੂੰ ਇਹ ਵੀ ਨਹੀਂ ਪਤਾ ਵੀ ਮੇਰਾ ਸ਼ਬਦ ਗੁਰੂ ਗ੍ਰੰਥ ਸਾਹਿਬ ਕਹਿੰਦਾ ਕਿ ਮੈਂ ਪਤਾ ਕਰਨਾ ਹੈ ਬਈ ਮੇਰੇ ਗੁਰੂ ਦੀ ਵਿਚਾਰਧਾਰਾ ਕੀ ਹੈ, ਆਪੇ ਗੱਲ ਪਕੜ 'ਚ ਆ ਜਾਏਗੀ। ਤੋ ਹਜ਼ੂਰ ਮਿਹਰ ਕਰ ਰਹੇ ਨੇ, ਵਿਚਾਰ ਅਧੀਨ ਬੋਲ ਬਈ ਹੇ ਵਾਹਿਗੁਰੂ, ਬੇਅੰਤ ਤੁਹਾਨੂੰ ਇਸ ਕੁਦਰਤ ਦੇ ਅੰਦਰ ਜੀਵ ਗਾ ਰਹੇ ਨੇ, ਪਰ ਉਹ ਗਾਉਣ ਵਾਲੇ ਮੇਰੇ ਚਿੱਤ ਚੇਤੇ ਨਹੀਂ, ਗਾ ਹੋਰ ਵੀ ਰਹੇ ਨੇ। ਇਸ ਕਰਕੇ ਨਾਨਕ ਵਿਚਾਰਾ ਉਹਨਾਂ ਗਾਉਣ ਵਾਲਿਆਂ ਦੇ ਮੁਤਲਕ ਕੀ ਵਿਚਾਰ ਦੇ ਸਕਦਾ ਹੈ? ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਹਜ਼ੂਰ ਮਹਾਰਾਜ ਬਖਸ਼ਿਸ਼ ਕਰਦੇ ਨੇ ਵੀ ਅਕਾਲ ਪੁਰਖ ਵਾਹਿਗੁਰੂ ਹੀ ਸਦੀਵੀ ਕਾਲ ਲਈ ਸੱਚਾ ਹੋਂਦ ਵਾਲਾ ਹੈ, ਔਰ ਹੁਣ ਵੀ ਉਹ ਸੱਚਾ ਹੈ ਔਰ ਹੋਸੀ ਹੋਏਗਾ ਵੀ ਉਹ ਅਕਾਲ ਪੁਰਖ ਵਾਹਿਗੁਰੂ ਸੱਚਾ ਸੀ ਵੀ, ਹੈ ਵੀ ਇਹ ਤੇ ਹੋਏਗਾ ਵੀ। ਜਿਹਨੂੰ ਅਸੀਂ ਤੁਸੀਂ ਰੋਜ਼ਾਨਾ ਅੰਮ੍ਰਿਤ ਬਾਣੀ ਵਿੱਚੋਂ ਪੜ੍ਹਦੇ ਹਾਂ, ਹਜ਼ੂਰ ਕਹਿੰਦੇ ਨੇ ਨਾ, ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ,
ਨਾਨਕ ਹੋਸੀ ਹੁਣ ਵੀ ਏ, ਪਹਿਲੋਂ ਵੀ ਸੀ। ਤੇ ਜਦੋਂ ਅਸੀਂ ਤੁਸੀਂ ਨਹੀਂ ਨਾ, ਇਹ ਸਾਰਾ ਕੁਝ ਹੋਏਗਾ, ਉਦੋਂ ਵੀ ਹੋਏਗਾ। ਤੇ ਫਿਰ ਕਿਉਂ ਨਾ ਉਸ ਵਾਹਿਗੁਰੂ ਅਕਾਲ ਪੁਰਖ ਨਾਲ ਜੁੜੀਏ, ਜਿਹੜਾ ਤਮਾਮ ਪਸਾਰਨ ਤੋਂ ਪਹਿਲਾਂ ਵੀ ਸੀ, ਹੁਣ ਵੀ ਏ। ਇੱਕ ਦਿਨ ਉਹਨੇ ਸਭ ਕੁਝ ਢਾ ਦੇਣਾ ਤੇ ਉਹਨੇ ਫਿਰ ਵੀ ਹੋਣਾ। ਫਿਰ ਉਹਦੇ ਨਾਲ ਜੁੜੀਏ। ਫਿਰ ਅਸੀਂ ਸਰੀਰਾਂ ਨਾਲ ਕਿਉਂ ਜੁੜੇ ਬੈਠੇ ਹਾਂ? ਸਰੀਰ, ਇਹਦਾ ਕੀ ਭਰੋਸਾ ਹੈ ਬਈ ਇਹ ਸਾਡੇ ਤੋਂ ਪਹਿਲਾਂ ਫੁੜਕ ਜਾਏ ਵਿਚਾਰਾ, ਫਿਰ ਹੋਰ ਲੱਭਦੇ ਫਿਰਾਂਗੇ। ਹਾਲਤ ਸਾਡੀ ਜਿਹੜੀ, ਉਹ ਮੈਂ ਅਕਸਰ ਬਿਆਨ ਕਰਿਆ ਕਰਦਾ ਗੁਰੂ ਸਵਾਰੀ ਸਾਧ ਸੰਗਤ, ਬਈ ਕੋਈ ਮਾਤਾ ਸੀ 70-72, ਉਹਦੀ ਉਮਰ ਹੋ ਗਈ, ਵਡੇਰੀ ਸੀ, ਕੰਬ ਦੇ ਹੱਥਾਂ ਨਾਲ ਡੰਗੋਰੀ ਫੜੀ ਹੋਈ, ਤੇ ਕਿਸੇ ਬਾਬਾ ਜੀ ਕੋਲ ਚਲੀ ਗਈ। ਤੇ ਰੱਬ ਵੱਲੋਂ ਬਾਬਾ ਪਖੰਡੀ ਨਹੀਂ ਸੀ, ਉਹ ਥੋੜ੍ਹੀ ਬਹੁਤੀ ਉਹਦੇ ਅੰਦਰ ਧਰਮ ਦੀ ਗੱਲਬਾਤ ਵੱਸੀ ਸੀ। ਕਿਉਂਕਿ ਪਖੰਡੀ ਹੁੰਦਾ ਤੇ ਉਹ ਕਹਿੰਦਾ ਵੀ ਚੱਕ ਦਿਓ ਫੱਟਾ, ਮਸਾਂ ਮਸਾਂ ਕੋਈ ਸਾਮੀ ਫਸੀ ਹੈ, ਕਿਉਂ ਜਾਣਦੇ ਨੇ, ਹਸ਼ਰ ਇੱਦਾਂ ਦੀ ਹੈ। ਔਰ ਉਹ ਮਾਈ ਉਸ ਬਾਬਾ ਜੀ ਨੂੰ ਜਾ ਕੇ ਕਹਿਣ ਲੱਗੀ ਵੀ ਬਾਬਾ ਜੀ ਮੈਂ ਤੁਹਾਨੂੰ ਗੁਰੂ ਧਾਰਨ ਕਰਨਾ ਹੈ। ਤੇ ਉਹ ਬਾਬਾ ਜੀ ਕਹਿਣ ਲੱਗੇ ਵੀ ਮਾਂ ਮੇਰੀਏ 70-72 ਸਾਲ ਦੀ ਉਮਰ ਹੋ ਗਈ ਤੇ ਅਜੇ ਤੱਕ ਨਗੁਰੀ। ਉਹ ਕਹਿੰਦੀ ਨਹੀਂ ਬਾਬਾ ਜੀ ਗੱਲ ਸੁਣੋ, ਮੈਂ ਨਗੁਰੀ ਨਹੀਂ, ਮੈਂ ਜਦੋਂ ਛੋਟੀ ਜੀ 4-5ਵੀਂ ਕਲਾਸ 'ਚ ਪੜ੍ਹਦੀ ਸਾਂ ਉਦੋਂ ਇੱਕ ਗੁਰੂ ਧਾਰਨ ਕੀਤਾ ਸੀ, ਉਹ ਚੱਲ ਵਸਿਆ। ਫਿਰ ਮੈਂ ਵਿਆਹੀ, ਮੈਂ ਤੇ ਮੇਰੇ ਪਤੀ ਨੇ ਇੱਕ ਹੋਰ ਲੱਭਿਆ, ਉਹ ਵੀ ਚਲੇ ਗਿਆ। ਉਦੋਂ ਬਾਅਦ ਇੱਕ ਹੋਰ ਲੱਭਿਆ ਤੇ ਕੱਲ ਉਹਦਾ ਭੋਗ ਪਿਆ ਹੈ। ਤੇ ਬਾਬਾ ਜੀ ਹੁਣ ਅਗਲਾ ਬਾਬਾ ਜੀ ਕਹਿਣ ਲੱਗੇ ਵੀ ਮਾਂ ਮੈਨੂੰ ਇਉਂ ਲੱਗਦਾ ਵੀ ਇੰਨਿਆਂ ਦੇ ਭੋਗ ਪਾ ਕੇ ਹੁਣ ਤੂੰ ਮੇਰਾ ਵੀ ਭੋਗ ਪਾਉਣਾ, ਇਸ ਵਾਸਤੇ ਆ। ਉਹਦਾ ਹੱਥ ਫੜ ਕੇ ਨਾ ਕੰਬਦਾ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਸੀ, ਹਜ਼ੂਰੀ ਵਿੱਚ ਲੈ ਗਿਆ ਤੇ ਜਾ ਕੇ ਕਹਿਣ ਲੱਗਾ ਮਾਂ ਰੱਖ ਖੂੰਡੀ ਟੇਕ ਗੁਰੂ ਸ਼ਬਦ ਨੂੰ ਮੱਥਾ, ਔਰ ਮੈਂ ਤੈਨੂੰ ਲਿਖ ਕੇ ਦੇ ਸਕਦਾ, ਦਾਅਵਾ ਕਰਦਾ ਮਾਂ ਤੂੰ ਭਾਵੇਂ ਹਜ਼ਾਰਾਂ ਵਾਰ ਮਰ ਕੇ ਜਨਮ ਲੈਂਦੀ ਰਹੀ, ਹਜ਼ਾਰਾਂ ਵਾਰ ਨਹੀਂ ਲੱਖਾਂ ਵਾਰ, ਪਰ ਮੈਂ ਤੈਨੂੰ ਇਹ ਦਾਅਵਾ ਕਰ ਸਕਦਾ ਤੇਰਾ ਗੁਰੂ ਨਹੀਂ ਮਰੇਗਾ, ਤੇਰਾ ਗੁਰੂ ਸ਼ਬਦ ਹੈ। ਅਸੀਂ ਇਹ ਬਚਨ, ਅਸੀਂ ਜਿਹੜੇ ਬਚਨ ਪੜ੍ਹਦੇ ਆ ਨਾ ਵੀ ਗੁਰ ਮੇਰੇ ਸੰਗ ਸਦਾ ਹੈ ਨਾਲੇ, ਉਹ ਗੁਰੂ ਸ਼ਬਦ ਕਰਕੇ ਨਾਲ ਹੈ। ਸਰੀਰ ਨੂੰ ਕਿੱਧਰ ਚੁੱਕੀ ਫਿਰੋਗੇ? ਖੇਤਾਂ 'ਚ ਹਲ ਵਾਹੁਣੇ ਨੇ ਤੇ ਦੇਹਧਾਰੀ ਗੁਰੂ ਵਿਚਾਰਾ ਆਪਦਾ ਡੇਰਾ ਸੰਭਾਲੇਗਾ ਤੇ ਤੁਹਾਡੇ ਖੇਤਾਂ ਦੇ ਬੰਨਿਆਂ ਤੇ ਆ ਕੇ ਧੱਕੇ ਖਾਂਦਾ ਫਿਰੇਗਾ। ਸ਼ਬਦ ਨਾਲ ਹੈ। ਤੁਸੀਂ ਖੇਤਾਂ 'ਚ ਹਲ ਚਲਾ ਲਿਓ, ਸੁਖਮਣੀ ਬਾਣੀ ਤੁਹਾਨੂੰ ਕੰਠਿਆ, ਪੜ੍ਹੋ ਬਾਣੀ, ਗੁਰੂ ਅਰਜਨ ਦੇਵ ਸੁਖਮਣੀ ਬਾਣੀ ਕਰਕੇ ਤੁਹਾਡੇ ਨਾਲ ਨੇ। ਜਪਜੀ ਬਾਣੀ ਤੁਹਾਨੂੰ ਸਾਨੂੰ ਕੰਠਿਆ, ਅਸੀਂ ਕਾਰ ਡਰਾਈਵ ਕਰ ਰਹੇ ਹਾਂ, ਬਾਣੀ ਪੜ੍ਹਨੀ ਸ਼ੁਰੂ, ਗੁਰੂ ਜਪਜੀ ਕਰਕੇ ਸ਼ਬਦ ਕਰਕੇ ਨਾਲ ਹੈ, ਨਾ ਕਿ ਗੁਰੂ ਸਰੀਰ ਕਰਕੇ ਨਾਲ ਹੈ। ਇਸ ਲਈ ਲੋੜ ਹੈ ਬਾਣੀ ਦੇ ਲੜ ਲੱਗੀਏ। ਹਜ਼ੂਰ ਸੱਚੇ ਪਾਤਸ਼ਾਹ ਜੋ ਬਖਸ਼ਿਸ਼ ਕਰ ਰਹੇ ਨੇ ਵਿਚਾਰ ਅਧੀਨ ਬੋਲਾਂ ਦੇ ਰਾਹੀਂ, ਉਹ ਇਹ ਕਰ ਰਹੇ ਨੇ ਵੀ ਹੇ ਅਕਾਲ ਪੁਰਖ ਵਾਹਿਗੁਰੂ ਜੀ, ਸਦੀਵੀ ਅਕਾਲ ਵਾਸਤੇ ਤੁਸੀਂ ਹੀ ਰਹਿਣ ਵਾਲੇ ਹੋ। ਇਹ ਜੋ ਪਸਾਰਾ ਹੈ ਤੁਸੀਂ ਪਸਾਰਨ ਤੋਂ ਪਹਿਲਾਂ ਵੀ ਸੀ, ਹੁਣ ਵੀ ਹੋ, ਔਰ ਆਉਣ ਵਾਲੇ ਸਮੇਂ ਵਿੱਚ ਵੀ ਤੁਸੀਂ ਹੀ ਰਹੋਗੇ ਜੀ। ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਜਿਸ ਅਕਾਲ ਪੁਰਖ ਵਾਹਿਗੁਰੂ ਨੇ ਸਾਧ ਸੰਗਤ ਤੇ ਤਮਾਮ ਰਚਨਾ ਰਚੀਏ, ਉਹ ਹੁਣ ਵੀ ਹੈ, ਹੋਏਗਾ ਵੀ, ਔਰ ਉਹ ਕਿਤੇ ਨਹੀਂ ਜਾਏਗਾ। ਕਿੱਡੇ ਕਿੱਡੇ ਵਧੀਆ ਇਸ਼ਾਰੇ ਕੀਤੇ ਨੇ। ਕਹਿੰਦੇ ਨੇ ਹੈ ਵੀ ਇਹ, ਕਿਤੇ ਨਹੀਂ ਤੁਹਾਡੀ ਬਾਂਹ ਛੱਡ ਕੇ ਉਹ ਜਾਣ ਲੱਗਾ। ਤੁਸੀਂ ਇੱਕ ਵਾਰ ਉਹਦੇ ਬਣੋ ਤਾਂ ਸਹੀ। ਅਸੀਂ ਤਾਂ ਬਣੇ ਹੀ ਉਹਦੇ ਬੈਠੇ ਹਾਂ ਜਿਹੜਾ ਸਾਡੇ ਤੋਂ ਪਹਿਲਾਂ ਜਾਣ ਵਾਸਤੇ ਉਤਾਵਲਾ ਬੈਠਾ ਹੈ, ਅੱਖਾਂ ਮੀਟ ਜਾਣੀਆਂ ਉਹਨੇ। ਬਾਣੀ ਕਹਿੰਦੀ ਉਹਦਾ ਖਹਿੜਾ ਛੱਡੋ, ਉਹਦੇ ਲੜ ਲੱਗੀਏ, ਜਿਹੜਾ ਹੈਗਾ ਹੈ, ਜਿਹੜਾ ਰਹੇਗਾ, ਔਰ ਜਿੰਨੇ ਕਿਤੇ ਨਹੀਂ ਜਾਣਾ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਅਸੀਂ ਲੜ ਲੱਗੀਏ ਜੀ। ਰੰਗੀ ਰੰਗੀ ਭਾਤੀ ਕਰ ਕਰ ਜਿਨਸੀ, ਮਾਇਆ ਜਿਨ ਉਪਾਈ। ਉਸ ਅਕਾਲ ਪੁਰਖ ਵਾਹਿਗੁਰੂ ਨੇ ਰੰਗੀ ਰੰਗੀ ਭਾਂਤੀ, ਕਈ ਰੰਗਾਂ ਦੀ, ਕਈ ਭਾਂਤਾਂ ਦੀ, ਕਈ ਕਿਸਮਾਂ ਦੀ ਇਹ ਮਾਇਆ ਜਿਹੜੀ ਏ, ਸਮਾਂ ਇਜਾਜ਼ਤ ਨਹੀਂ ਦਿੰਦਾ ਵੀ ਗੱਲ ਕਰੀਏ, ਪਰ ਟੂਕ ਮਾਤਰ ਮੈਂ ਬੇਨਤੀ ਕਰਦਿਆਂ ਵੀ ਅੱਜ ਤੀਕ ਇਹ ਹੀ ਪ੍ਰਚਾਰਿਆ ਗਿਆ ਵੀ ਧਰਮ ਦੇ ਵਿੱਚ ਜਿੰਨਾ ਮਾਇਆ ਨੂੰ ਭੰਡਿਆ ਗਿਆ ਨਾ, ਵੀ ਅਸੀਂ ਸਮਝਦੇ ਹਾਂ ਵੀ ਸ਼ਾਇਦ ਆ ਕਰੰਸੀ ਰੁਪਏ ਹੀ ਮਾਇਆ ਹੈ। ਨਹੀਂ, ਭੁਲੇਖਾ ਸੀ ਸਾਡਾ, ਔਰ ਜਿਨ੍ਹਾਂ ਨੇ ਇਸ ਭੁਲੇਖੇ ਤੋਂ ਪਰਜਾ ਨੂੰ ਨਹੀਂ ਕੱਢਿਆ ਉਹ ਖੁਦ ਭੁਲੇਖੇ ਵਿੱਚ ਸਨ।
ਸਿਰਫ ਰੁਪਏ ਪੈਸੇ ਦਾ ਨਾਮ ਮਾਇਆ ਨਹੀਂ ਹੈ, ਕਰੰਸੀ ਦਾ ਨਾਮ ਮਾਇਆ ਨਹੀਂ ਹੈ। ਸੌਖੀ ਗੱਲ ਕਰਦੇ ਹਾਂ, ਘਰ ਵਾਹਿਗੁਰੂ ਨੇ ਪੁੱਤਰ ਧੀ ਦੀ ਦਾਤ ਨਹੀਂ ਦਿੱਤੀ ਤੇ ਬੰਦਾ ਧਰਮ ਮੰਦਰ ਚਲੇ ਜਾਂਦਾ ਹੈ, ਮਸਜਿਦ ਚਲੇ ਜਾਂਦਾ ਹੈ, ਧਰਮਸ਼ਾਲਾ ਗੁਰੂ ਘਰ ਚਲੇ ਜਾਂਦਾ ਹੈ, ਉੱਥੇ ਘੰਟਿਆਂ ਬੱਧੀ ਬਹਿ ਕੇ ਨਾ, ਘੰਟਿਆਂ ਬੱਧੀ ਬਹਿ ਕੇ ਉੱਥੇ ਅਰਦਾਸਾਂ ਕਰਦਾ ਰਹਿੰਦਾ ਹੈ, ਧਰਮ ਦੀ ਗੱਲ ਸੁਣਦਾ ਰਹਿੰਦਾ ਹੈ। ਇੱਕ ਦਿਨ ਵਾਹਿਗੁਰੂ ਤੁੱਠਿਆ, ਘਰ ਨੂੰ ਭਾਗ ਲੱਗ ਕੇ ਵਾਹਿਗੁਰੂ ਨੇ ਧੀ ਪੁੱਤਰ ਦੀ ਦਾਤ ਦੇ ਦਿੱਤੀ। ਹੁਣ ਉਹ ਜਿਹੜਾ ਧੀ ਪੁੱਤਰ ਏ, ਸਾਰਾ ਦਿਨ ਉਹਦੇ ਨਾਲ ਲਾਡ ਕਰਦਿਆਂ, ਲਾਡ ਲਡਾਉਂਦਿਆਂ ਲੰਘ ਜਾਂਦਾ ਹੈ। ਹੁਣ ਚੇਤਾ ਹੀ ਭੁੱਲ ਗਿਆ ਵੀ ਧਰਮ ਮੰਦਰ ਜਾਣਾ, ਜਿੱਥੋਂ ਮੰਗਿਆ ਉੱਥੇ ਜਾ ਕੇ ਉਹਦਾ ਸ਼ੁਕਰਾਨਾ ਕਰਨਾ। ਧਰਮ ਕੀ ਕਹਿੰਦਾ ਹੈ ਵੀ ਉਹ ਜਿਹੜਾ ਪੁੱਤਰ ਵਾਹਿਗੁਰੂ ਨੇ ਦਿੱਤਾ ਹੈ ਉਹ ਕੀ ਬਣ ਗਿਆ? ਮਾਇਆ, ਜਿਹੜਾ ਸਾਡੇ ਕੋਲ ਧਰਮ ਦਾ ਸਮਾਂ ਖੋਹ ਕੇ ਲੈ ਗਿਆ। ਔਰ ਇਸ ਤਰ੍ਹਾਂ ਕੱਲਾ ਪੁੱਤਰ ਨਹੀਂ, ਆ ਖੁੱਲੀ ਅੱਖ ਨਾਲ ਅਸੀਂ ਜੋ ਕੁਝ ਵੀ ਸੰਸਾਰ ਦੇ ਪਸਾਰੇ ਵਿੱਚ ਪਸਰਿਆ ਵੇਖ ਰਹੇ ਹਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿੰਦੀ ਇਹ ਮਾਇਆ ਹੀ ਹੈ, ਇਹਨੂੰ ਛੱਡਣਾ ਨਹੀਂ। ਹਾਂ, ਇਸ ਪਸਾਰੇ ਵਿੱਚ ਰਹਿਣ ਵਾਸਤੇ ਵਾਹਿਗੁਰੂ ਨੇ ਪਸਾਰਾ ਸਾਨੂੰ ਪਸਾਰ ਕੇ ਦਿੱਤਾ ਹੈ, ਪਰ ਇੱਕ ਗੱਲ ਇਸ ਪਸਾਰੇ ਵਿੱਚ ਰਹਿੰਦਿਆਂ ਹਰ ਵਕਤ ਚੇਤੇ ਰੱਖਣੀ, ਉਹ ਕੀ? ਬਈ ਇਹ ਤਮਾਮ ਪਸਾਰਾ ਜਿਹਨੂੰ ਵੇਖ ਕੇ ਰੱਬ ਭੁੱਲ ਰਿਹਾ ਹੈ, ਨਹੀਂ, ਇਹ ਪਸਾਰੇ ਨੇ ਮੇਰੇ ਨਾਲ ਕੋਈ ਨਹੀਂ ਜਾਣਾ। ਇਹ ਗੱਲ ਜਿਹਨੂੰ ਚੇਤੇ ਹੈ ਉਹਦੇ ਵਾਸਤੇ ਮਾਇਆ ਦੁਖਦਾਈ ਨਹੀਂ। ਉਹ ਭਾਵੇਂ ਕਿਉਂ ਨਾ ਮਹਿੰਗੇ ਮੁੱਲ ਦੇ ਮਹੱਲ ਵਿੱਚ ਵੀ ਰਹਿੰਦਾ ਹੈ, ਪਰ ਉਹਨੂੰ ਚੇਤੇ ਹੈ ਵੀ ਇਹ ਇੱਥੇ ਹੀ ਛੱਡ ਜਾਣਾ ਹੈ, ਉਹਦੇ ਵਾਸਤੇ ਉਹ ਮਹੱਲ ਮਾਇਆ ਨਹੀਂ ਬਣੀ। ਸਾਨੂੰ ਰਹਿਣ ਦਾ ਢੰਗ ਤਰੀਕਾ ਬਾਣੀ ਸਿਖਾਉਂਦੀ ਏ, ਮਾਇਆ ਮਾੜੀ ਨਹੀਂ, ਇਹਦੀ ਦੁਰਵਰਤੋਂ ਮਾੜੀ ਹੈ, ਇਹਦੀ ਸਵਰਤੋਂ ਧਰਮੀ ਕਹਿੰਦੇ ਕਰੋ। ਤੁਸੀਂ ਗੁਰੂ ਸਾਹਿਬ ਦੇ ਸਿੱਖ ਵੇਖੋ, ਬੜੇ ਬੜੇ ਵਪਾਰੀ, ਬੜੇ ਬੜੇ ਸੁਦਾਗਰ ਮਿਲਣਗੇ। ਜੇ ਇੰਨੀ ਮਾੜੀ ਹੁੰਦੀ ਤੇ ਗੁਰੂ ਸਾਹਿਬ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਤਾਂ ਵਪਾਰੀ ਹੋ, ਛੱਡੋ ਖਹਿੜਾ, ਤੁਸੀਂ ਤਾਂ ਸਿੱਖ ਬਣ ਹੀ ਨਹੀਂ ਸਕਦੇ। ਔਰ ਖੁਦ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਜਦੋਂ ਵੀ ਮਾਪਿਆਂ ਨੇ ਕਿਹਾ ਪੁੱਤਰ ਹੱਟੀ ਪਾ ਲਾ, 7 ਬਚਨ, ਪੁੱਤਰ ਵਪਾਰ ਕਰ ਲਾ, 7 ਬਚਨ, ਪੁੱਤਰ ਖੇਤੀ ਕਰ ਲਾ, ਉਹਨਾਂ ਨਾ ਨੁੱਕਰ ਨਹੀਂ ਕੀਤਾ। ਉਹਨਾਂ ਇਹ ਨਹੀਂ ਕਿਹਾ ਵੀ ਇਹ ਮਾਇਆ ਹੈ, ਪਤਾ ਹੈ ਉਹ ਕਹਿੰਦੇ ਗੁਜ਼ਾਰਾ ਹੈ। ਤੇ ਜਦੋਂ ਫਿਰ ਬਾਪੂ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਬਾਬਾ ਮਹਿਤਾ ਕਾਲੂ ਆਉਂਦੇ ਨਾ ਵੀ ਪੁੱਤਰ ਮੋਦੀ ਖਾਨੇ ਦਾ ਇੰਚਾਰਜ ਹੈ, ਚਲੋ ਉਹਨੂੰ ਜਾ ਕੇ ਕਹੀਏ ਪੁੱਤਰ ਸੰਭਾਲ, ਕੱਲ ਨੂੰ ਤੇਰਾ ਲੋੜਾਂ ਨੇ, ਖਰਚੇ ਵਧਨੇ ਨੇ। ਜਦੋਂ ਬਾਪੂ ਆਇਆ ਤੇ ਆ ਕੇ ਪੁੱਛਦਾ ਹੈ ਗੱਲਬਾਤ ਕਰਕੇ ਵੀ ਪੁੱਤਰ ਚੋਖਾ ਸਮਾਂ ਹੋ ਗਿਆ, ਹੁਣ ਤਾਂ 5-6 ਮਹੀਨੇ ਲੰਘ ਗਏ, ਮੋਦੀ ਖਾਨੇ ਦਾ ਇੰਚਾਰਜ ਬਣਿਆ, ਇੱਥੇ ਉੱਪਰੋਂ ਵੀ ਬੜਾ ਗੱਫਾ ਬਣਦਾ ਹੋਣਾ, ਸੁਭਾਅ ਹੈ, ਤੇ ਪੁੱਤਰ ਕਿੰਨਾ ਕੁ ਜੋੜ ਲਿਆ ਹੈ। ਕਵੀ ਸੰਤੋਖ ਸਿੰਘ ਦੀ ਜ਼ੁਬਾਨੀ ਜਵਾਬ ਸੀ ਵੀ ਬਾਪੂ ਹੱਥ ਤੇ ਕੋਈ ਨਹੀਂ ਖੜੋਂਦੀ, ਇਧਰੋਂ ਆਉਂਦੀ ਹੈ ਮਾਇਆ, ਇਧਰੋਂ ਵੰਡ ਦੇਈ ਦੀ, ਕਿਉਂਕਿ ਸਮਝ ਪੈ ਗਈ ਭਈ ਨਹੀਂ, ਇਹ ਰੱਖਣ ਵਾਸਤੇ ਨਹੀਂ, ਇਹਨੂੰ ਵੰਡਣ ਵਿੱਚ ਹੀ ਭਲਾ ਹੈ, ਕੋਈ ਮਾੜੀ ਨਹੀਂ। ਗੁਰੂ ਸਾਹਿਬ ਨੇ ਸਾਨੂੰ ਮਾਇਆ ਦੀ ਜੁਗਤੀ ਦੱਸੀ ਵੀ ਇਹਦੀ ਵਰਤੋਂ ਕਿਵੇਂ ਕਰਨੀ। ਔਰ ਜਿਹੜੇ ਭੰਡਦੇ ਨੇ ਜੀ ਮਾਇਆ ਮਾੜੀ, ਮਾਇਆ, ਗੁਜ਼ਾਰਾ ਤਾਂ ਉਹਨਾਂ ਵਿਚਾਰਿਆਂ ਦਾ ਵੀ ਕੋਈ ਨਹੀਂ ਜੇ, ਇਹਦੇ ਤੋਂ ਬਿਨਾਂ ਕਿਹਦਾ ਸਰਿਆ ਹੈ। ਕਬੀਰ ਸਾਹਿਬ ਇਸੇ ਕਰਕੇ ਕਹਿੰਦੇ ਵੀ ਜੇ ਨਾ ਹੋਵੇ, ਆਇਆ ਮਹਿਮਾਨ ਘਰੋਂ ਚਾਹ ਪਾਣੀ ਤੋਂ ਭੁੱਖਾ ਹੀ ਮੁੜ ਜਾਏਗਾ, ਅਗਲੀ ਵਾਰੀ ਉਹਨੇ ਕੋਈ ਨਹੀਂ ਜਿਉਣਾ। ਇਸ ਵਾਸਤੇ ਗੁਜ਼ਾਰੇ ਜੋਗੀ ਚਾਹੀਦੀ ਹੈ, ਬਹੁਤੀ ਵੀ ਨਾ ਹੋਵੇ ਵੀ ਦਿਮਾਗ ਹੀ ਖਰਾਬ ਹੋ ਜਾਏ, ਗੁਜ਼ਾਰੇ ਜੋਗੀ ਹੋਵੇ। ਬਾਣੀ ਕਰ ਕਹਿੰਦੇ ਨੇ ਔਰ ਹਜ਼ੂਰ ਕਹਿੰਦੇ ਨੇ, ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨੋਂ ਪਾਈ। ਉਹਨੇ ਕਈ ਰੰਗਾਂ ਦੀ ਇਹ ਮਾਇਆ, ਕਈ ਵੈਰਾਈਟੀਆਂ ਦੀ ਮਾਇਆ ਉਸ ਅਕਾਲ ਪੁਰਖ ਵਾਹਿਗੁਰੂ ਨੇ ਇਸ ਜਗਤ ਦੇ ਅੰਦਰ ਸਿਰਜ ਦਿੱਤੀ ਜੇ। ਕਰ ਕਰ ਦੇਖੈ ਕੀਤਾ ਆਪਣਾ, ਜਿਉ ਤਿਸ ਦੀ ਵਡਿਆਈ। ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਕੀਤੇ ਹੋਏ ਨੂੰ ਕਰਕੇ ਆਪ ਵੇਖ ਰਿਹਾ ਹੈ, ਔਰ ਜਿਵੇਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਉਹਦਾ ਗੁਣ ਹੈ ਜੀ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਹਜ਼ੂਰ ਕਹਿੰਦੇ ਹੈ ਵਾਹਿਗੁਰੂ ਜੋ ਤਿਸ ਭਾਵੈ, ਜੋ ਤੁਹਾਨੂੰ ਭਾਉਂਦਾ ਹੈ ਉਹੀ ਹੋਣਾ ਹੈ, ਉਹੀ ਕਰੇਗਾ, ਔਰ ਫਿਰ ਹੁਕਮ ਨਾ ਕਰਨਾ ਜਾਈ। ਜੋ ਵਾਹਿਗੁਰੂ ਨੂੰ ਭਾਉਂਦਾ ਉਹਨੇ ਉਹ ਕੁਝ ਹੀ ਕਰਨਾ ਹੈ। ਅਸੀਂ ਕਹੀਏ ਵੀ 5-7 ਬੰਦੇ ਹੋ ਕੇ ਇਕੱਠੇ ਇੱਕ ਕਾਗਜ਼ ਤੇ ਲਿਖ ਕੇ ਕਹੀਏ ਵੀ ਮਹਾਰਾਜ ਆ ਤੁਹਾਡੇ ਖਿਲਾਫ ਆਹ ਕਾਨੂੰਨ ਤੁਹਾਡਾ ਠੀਕ ਨਹੀਂ ਲੱਗਦਾ, ਇਹਨੂੰ ਬਦਲੋ,
ਤੇ ਸਾਡੇ ਕਹਿਣ ਨਾਲ, ਸਾਡੇ ਹੁਕਮ ਨਾਲ ਅਕਾਲ ਪੁਰਖ ਨੇ ਆਪਣਾ ਨਿਯਮ ਬਦਲ ਨਹੀਂ ਦੇਣਾ। ਗੱਲ ਫਿਰ ਸਮਾਂ ਸਮਾਪਤ ਹੈ, ਦੂਰ ਹੁੰਦੀ, ਮੈਂ ਜਾਂਦਾ ਜਾਂਦਾ ਕਰਦਾ ਜਾਵਾਂ। ਇੱਕ ਕਵੀ ਸੱਜਣ ਹੋਇਆ ਹੈ, ਵਜੀਦਾ ਉਹਦਾ ਨਾਂ ਹੈ, ਉਹਦੇ ਦੋਹਰੇ ਨੇ ਬੜੇ ਪਿਆਰੇ, ਔਰ ਇੱਥੇ ਉਹਨਾਂ ਦਾ ਇੱਕ ਦੋਹਰਾ ਬੜਾ ਢੁੱਕਦਾ ਫਿੱਟ ਬੈਠਦਾ ਹੈ। ਉਹ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਨੇ ਜਿਹੜੀ ਰਚਨਾ ਰਚੀ ਹੈ ਉਹ ਐਡੀ ਬੇਅੰਤ ਹੈ ਵੀ ਉਹਦੇ ਵਿੱਚ ਅਸੀਂ ਜੀਵ ਇਹ ਨਹੀਂ ਕਹਿ ਸਕਦੇ ਰੱਬ ਨੂੰ ਰੱਬਾ ਇੰਜ ਨਹੀਂ, ਤੂੰ ਇੰਜ ਕਰ, ਅਸੀਂ ਨਹੀਂ ਕਹਿ, ਔਰ ਨਾ ਹੀ ਉਹਨੇ ਸਾਡੇ ਇਸ ਇੰਜ ਨੂੰ ਇੰਜ ਕਰਨ ਦੀ ਗੱਲ ਨੂੰ ਮੰਨਣਾ। ਉਹਨਾਂ ਫਿਰ ਗੱਲ ਸ਼ੁਰੂ ਕੀਤੀ ਵੀ ਇੱਕਨਾਂ ਦੇ ਘਰ ਪੁੱਤ ਪੁੱਤਾਂ ਦੇ ਪੋਤਰੇ, ਇੱਕਨਾਂ ਦੇ ਘਰ ਲੰਬਾ ਚੌੜਾ ਪਰਿਵਾਰ ਹੈ, ਪੁੱਤਰ ਹੈ, ਅਗਾਂਹ ਪੁੱਤਰਾਂ ਦੇ ਪੁੱਤਰ ਪੜਪੋਤਿਆਂ ਤੱਕ, ਇੱਕਨਾਂ ਦੇ ਘਰ ਧੀ ਧੀਆਂ ਦੇ ਦੋਤਰੇ, ਬੜਾ ਲੰਬਾ ਚੌੜਾ ਪਰਿਵਾਰ, ਔਰ ਇੱਕਨਾਂ ਦੇ ਘਰ ਇੱਕ, ਤੇ ਉਹ ਵੀ ਜਾਏ ਮਰ। ਬੰਦੇ ਪਿੰਡ ਦੇ ਇਕੱਠੇ ਹੋ ਕੇ ਕਹਿਣ ਵੀ ਰੱਬਾ ਇਹਦਾ ਤਾਂ ਇੱਕੋ ਹੀ ਸੀ, ਆ ਗਵਾਂਢੀਆਂ ਦੇ 7-8 ਗਲੀਆਂ 'ਚ ਰੋਲਦੇ, ਇਹਨਾਂ 'ਚੋਂ ਇੱਕ ਲੈ ਜਾਣ, ਤੂੰ ਗਲਤ ਕੀਤਾ ਹੈ। ਵਜੀਦਾ ਕਹਿੰਦਾ ਨਹੀਂ, ਇੱਕਨਾਂ ਦੇ ਘਰ ਇੱਕ ਤੇ ਉਹ ਹੀ ਜਾਏ ਮਰ। ਵਜੀਦਿਆ ਕੌਣ ਕਹਿ ਸਾਹਿਬ ਨੂੰ ਇੰਜ ਨਹੀਂ ਤੇ ਇੰਜ ਕਰ। ਸਾਹਿਬ ਕਹਿੰਦੇ ਫਿਰ ਹੁਕਮ ਨਾ ਕਰਨਾ ਜਾਈ। ਅਸੀਂ ਨਹੀਂ ਹੁਕਮ ਕਰ ਸਕਦੇ ਉਸ ਅਕਾਲ ਪੁਰਖ ਨੂੰ ਵੀ ਰੱਬਾ ਇਉਂ ਨਹੀਂ, ਉਹਨੂੰ ਸਲਾਹਾਂ ਨਹੀਂ ਦਿੱਤੀਆਂ ਜਾਣੀਆਂ ਵੀ ਇਉਂ ਕਰ। ਹਜ਼ੂਰ ਮਿਹਰ ਕਰ ਰਹੇ ਹਨ। ਸੋ ਪਾਤਸ਼ਾਹ ਸਾਹ ਪਤ ਸਾਹਿਬ ਨਾਨਕ ਰਹਿਣ ਰਜ਼ਾਈ। ਸਾਹਿਬ ਕਹਿੰਦੇ ਨੇ ਉਹ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਔਰ ਰਾਜਿਆਂ ਦਾ ਰਾਜਾ ਹੈ। ਔਰ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਹੈ ਨਾਨਕ ਸਾਨੂੰ ਜਿਹੜਾ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਨਾ, ਉਹਦੀ ਰਜ਼ਾ ਵਿੱਚ ਰਹਿਣਾ ਬਣਦਾ ਹੈ, ਉਹਦੀ ਰਜ਼ਾ ਵਿੱਚ ਰਾਜੀ ਰਹੀਏ। ਉਹ ਪਾਤਸ਼ਾਹਾਂ ਦਾ ਪਾਤਸ਼ਾਹ ਹੈ, ਉਹਦੀ 5 ਸਾਲ ਬਾਅਦ ਵਜ਼ਾਰਤ ਨਹੀਂ ਬਦਲਣੀ, ਉਹਦਾ ਤਖਤਾ ਨਹੀਂ ਪਲਟਣਾ, ਕਿਉਂਕਿ ਉਹ ਰਾਜਿਆਂ ਦਾ ਰਾਜਾ। ਜਿਨ੍ਹਾਂ ਨੂੰ ਸਮਝ ਪਈ ਉਹ ਗਾਉਂਦੇ ਨੇ ਕਉ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਵਾਜਾ। ਜਿਨ੍ਹਾਂ ਨੂੰ ਸਮਝ ਪਈ ਉਹ ਕਹਿੰਦੇ ਨੇ ਹੇ ਵਾਹਿਗੁਰੂ ਤੁਸੀਂ ਪਾਤਸ਼ਾਹਾਂ ਦੇ ਪਾਤਸ਼ਾਹ ਹੋ ਤੇ ਸਾਨੂੰ ਇਹ ਬਖਸ਼ਿਸ਼ ਕਰੋ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਵੀ ਹੇ ਵਾਹਿਗੁਰੂ ਤੁਹਾਡੀ ਰਜ਼ਾ ਵਿੱਚ ਰਾਜੀ ਰਹਿਣਾ ਜੇ। ਆਓ ਇਹਨਾਂ ਬਚਨਾਂ ਦੇ ਨਾਲ ਹੀ ਸਮਾਪਤੀ ਹੈ। ਇਸ ਪਾਵਨ ਪਵਿੱਤਰ ਪੌੜੀ ਦੀਆਂ ਅਖੀਰ ਵਾਲੀਆਂ ਪੰਕਤੀਆਂ ਦਾ ਪਾਠ ਸਰਵਣ ਕਰਕੇ ਭੁੱਲ ਚੁੱਕ ਦੀ ਖਿਮਾ ਮੰਗਦਿਆਂ ਹੋਇਆਂ ਆਓ ਸਮਾਪਤੀ ਕਰੀਏ ਜੀ। ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸਾਹ ਪਤ ਸਾਹਿਬ ਨਾਨਕ ਰਹਿਣ ਰਜ਼ਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰੀਏ ਗੁਰ ਵਿਚਾਰ ਨਾਨਕ ਬੇੜੀ ਸੱਚ ਕੀ। ਕਰੀਏ